ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਦੂਜਾ ਵਿੱਚ ਦਰਜ ਹਨ। ਅੱਜ ਉਹਨਾਂ ਦੀ ਅਗਲੀ ਸਾਖੀ ਮਰਿਆਦਾ ਤੇ ਰਹੋ ਰੀਤੀ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਮਰਿਆਦਾ ਜਿਸ ਦੇ ਪ੍ਰਚਲਿਤ ਕਰਨ ਲਈ ਹਰ ਸਮੇਂ ਪਲ ਅਤੇ ਹਰ ਸੰਗੀ ਨੂੰ ਬਾਬਾ ਜੀ ਜ਼ੋਰ ਦਿਆ ਕਰਦੇ ਸਨ, ਉਸ ਦਾ ਮੁੱਖ ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝਣਾ। ਕਹਿਣ ਮਾਤਰ ਤਾਂ ਸਭ ਸਿੱਖ ਛੁੱਟ ਨਾਮਧਾਰੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਨ ਤੇ ਸਭ ਬੜਾ ਭਾਰੀ ਸਤਿਕਾਰ ਕਰਦੇ ਹਨ। ਸਵੱਛ ਥਾਂ ਤੇ ਚਾਨਣੀ ਹੇਠਾਂ ਪ੍ਰਕਾਸ਼ ਕਰਦੇ ਹਨ, ਸੋਹਣੇ ਰੇਸ਼ਮੀ ਰੁਮਾਲਿਆਂ ਵਿੱਚ ਲਪੇਟਦੇ ਹਨ, ਫੁੱਲਾਂ ਦੇ ਹਾਰਾਂ ਨਾਲ ਸ਼ਿੰਗਾਰਦੇ ਹਨ, ਚੌਰ ਵੀ ਕਰਦੇ ਹਨ, ਸੀਸ ਤੇ ਚੁੱਕ ਕੇ ਜਾਂ ਪਾਲਕੀ ਵਿੱਚ ਬਾਹਰ ਲੈ ਜਾਂਦੇ ਹਨ। ਗੁਰਦੁਆਰਾ ਸਾਹਿਬ ਆਉਣ ਤੇ ਅਦਬ ਵਿੱਚ ਉੱਠ ਖੜੋਂਦੇ ਤੇ ਸੀਸ ਨਿਵਾਉਂਦੇ ਹਨ। ਗੱਲ ਕਿ ਸਾਰੀ ਦੁਨੀਆ ਵਿੱਚ ਹੋਰ ਕੋਈ ਐਸਾ ਧਰਮ ਨਹੀਂ ਜੋ ਆਪਣੀ ਧਰਮ ਪੁਸਤਕ ਦਾ ਇੰਨਾ ਸਤਿਕਾਰ ਕਰਦਾ ਹੋਵੇ ਜਾਂ ਜਿਸ ਨੇ ਕਦੇ ਕੀਤਾ ਹੋਵੇ। ਪਰ ਇਹ ਸਭ ਕੁਝ ਕਰਦਿਆਂ ਵੀ ਸਿੱਖ ਕਈ ਵਾਰੀ ਇਸ ਨੂੰ ਇੱਕ ਪਵਿੱਤਰ ਪੁਸਤਕ ਜਾਂ ਗ੍ਰੰਥ ਹੀ ਸਮਝਦੇ ਹਨ, ਪ੍ਰਤੱਖ ਗੁਰੂ ਨਹੀਂ ਖਿਆਲਦੇ। ਨਹੀਂ ਤਾਂ ਆਪ ਤਾਂ ਨਵਾਰੀ ਪਲੰਘਾਂ ਤੇ ਸੌਣ ਤੇ ਗੁਰੂ ਸਾਹਿਬ ਨੂੰ ਅਲਮਾਰੀ ਜਾਂ ਬਕਸਾਂ ਵਿੱਚ ਬੰਦ ਕਿਉਂ ਕਰਨ? ਆਪ ਤਾਂ ਵੱਡੇ ਵੱਡੇ ਕਮਰਿਆਂ ਵਿੱਚ ਰਹਿਣ, ਪਰ ਗੁਰੂ ਸਾਹਿਬ ਨੂੰ ਰਹਿੰਦੇ ਖੁੰਦੇ ਗੁਸਲਖਾਨਿਆਂ ਨਾਲੋਂ ਵੀ ਛੋਟੇ ਥਾਵਾਂ ਤੇ ਕਿਉਂ ਪ੍ਰਕਾਸ਼ ਕਰਨ? ਆਪ ਤਾਂ ਪੱਖੀਆਂ ਹੇਠਾਂ ਜਾਂ ਸਰਦਖਾਨਿਆਂ ਵਿੱਚ ਸੌਣ ਤੇ ਗੁਰੂ ਸਾਹਿਬ ਨੂੰ ਹੁੱਸੜ ਪੜੇ ਤੰਗ ਥਾਂ ਵਿੱਚ ਰੱਖਣ। ਆਪ ਤਾਂ ਰੇਸ਼ਮੀ ਤੇ ਤਰ੍ਹਾਂ ਤਰ੍ਹਾਂ ਦੇ ਵਧੀਆ ਕੱਪੜੇ ਪਾਉਣ ਤੇ ਗੁਰੂ ਸਾਹਿਬ ਨੂੰ ਧਨ ਹੁੰਦਿਆਂ ਸੁੰਦਿਆਂ ਵੀ ਖੱਦਰ ਵਿੱਚ ਲਪੇਟਣ। ਆਪ ਤਾਂ 36 ਪ੍ਰਕਾਰ ਦੇ ਭੋਜਨ ਛਕਣ, ਪਰ ਪ੍ਰਸ਼ਾਦ ਛਕਣ ਤੋਂ ਪਹਿਲਾਂ ਨਾ ਗੁਰੂ ਗ੍ਰੰਥ ਸਾਹਿਬ ਅੱਗੇ ਪੇਸ਼ ਕਰਨ, ਨਾ ਅਰਦਾਸ ਕਰਨ, ਨਾ ਧੰਨਵਾਦ ਕਰਨ, ਨਾ ਪ੍ਰਸੰਨਤਾ ਮੰਗਣ। ਦੀਵਾਨ ਵਿੱਚ ਅਰਦਾਸਾਂ ਕਰਨ ਵੇਲੇ ਕਈ ਤਾਂ ਪ੍ਰਗਟ ਗੁਰਾਂ ਕੀ ਦੇਹ ਦੀ ਥਾਂ 10 ਗੁਰੂ ਸਾਹਿਬਾਂ ਦਾ ਆਤਮਕ ਸਰੂਪ ਹੀ ਕਹਿਣਾ ਉਚਿਤ ਸਮਝਦੇ ਹਨ। ਇਸ ਤਰ੍ਹਾਂ ਜਦ ਦੀਵਾਨ ਦੀ ਸਮਾਪਤੀ ਹੁੰਦੀ ਹੈ, ਪ੍ਰਸ਼ਾਦ ਵਰਤੀਦਾ ਹੈ, ਤਾਂ ਇਹ ਨਹੀਂ ਕਿ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਅਦਬ ਵਿੱਚ ਰਹੀਏ, ਨਿਮੋ ਸ਼ਾਂਤੀ ਨਾਲ ਪ੍ਰਸ਼ਾਦ ਲਈਏ ਜਾਂ ਫਜ਼ੂਲ ਤੇ ਉੱਚੀਆਂ ਗੱਲਾਂ ਨਾ ਕਰੀਏ। ਪਰ ਜੋ ਰਵੱਈਆ ਆਮ ਦੀਵਾਨਾਂ ਵਿੱਚ ਹੁੰਦਾ ਹੈ, ਉਸ ਨੂੰ ਕੌਣ ਨਹੀਂ ਜਾਣਦਾ। ਕੜਾਹ ਪ੍ਰਸ਼ਾਦ ਵਰਤਣ ਵੇਲੇ ਦੀ ਗੜਬੜ ਨੂੰ ਤਾਂ ਇਉਂ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਇਸ ਵੇਲੇ ਕਲਯੁਗ ਨੂੰ ਆਉਣ ਦੀ ਖੁੱਲ੍ਹ ਹੈ। ਪਰ ਅੱਗੇ ਪਿੱਛੇ ਵੀ ਕੀ ਨਹੀਂ ਹੁੰਦਾ। ਤੂੰ ਮੈਂ ਹੁੰਦੀ ਹੈ, ਡਾਂਗਾਂ ਸੋਟੇ ਵੀ ਚੱਲ ਜਾਂਦੇ ਹਨ, ਕਿਰਪਾਨਾਂ ਵੀ ਧੂ ਲਈਆਂ ਜਾਂਦੀਆਂ ਹਨ। ਇਹ ਹੁੰਦਾ ਹੈ ਸਾਡਾ ਰਵੱਈਆ ਉਸ ਸਤਿਗੁਰ ਦੇ ਸਾਹਮਣੇ, ਜਿਸ ਨੂੰ ਅਸੀਂ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਤੇ ਸਰਬ ਕਲਾ ਭਰਪੂਰ ਕਹਿੰਦੇ ਹਾਂ। ਸੰਗਤ ਖਿਲਰ ਪੁਲਰ ਕੇ ਚਲੀ ਜਾਂਦੀ ਹੈ ਤੇ ਸੁਖ ਆਸਣ ਪਿੱਛੋਂ ਜਾ ਕੇ ਕਦੇ ਕਰੀਦਾ ਹੈ। ਇਹ ਸਭ ਕੁਝ ਤਾਂ ਹੀ ਹੁੰਦਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਨਹੀਂ ਸਮਝਦੇ, ਕੇਵਲ ਮੂੰਹੋਂ ਹੀ ਕਹਿ ਛੱਡਦੇ ਹਾਂ। ਇਹਨਾਂ ਕੁਰੀਤੀਆਂ ਨੂੰ ਦੂਰ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨੂੰ ਸਹੀ ਪੱਧਰ ਤੇ ਲਿਆਉਣਾ ਬਾਬਾ ਜੀ ਨੇ ਆਪਣੇ ਜੀਵਨ ਦਾ ਵੱਡਾ ਮਨੋਰਥ ਸਮਝਦੇ ਸਨ। ਕਿਹਾ ਜਾਂਦਾ ਹੈ ਕਿ ਇੱਕ ਵਾਰੀ ਉਹਨਾਂ ਫਰਮਾਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਪਿੱਛੋਂ ਐਸਾ ਸਮਾਂ ਨਹੀਂ ਸੀ ਮਿਲਿਆ ਕਿ ਸੇਵਾ ਸੰਬੰਧੀ ਪੂਰੀਆਂ ਹਦਾਇਤਾਂ ਦੇ ਸਕਦੇ। ਕੁਝ ਵੀ ਹੋਵੇ, ਸਿੱਖਾਂ ਨੂੰ ਆਪਣਾ ਫਰਜ਼ ਪਛਾਣਨਾ ਬਣਦਾ ਹੈ ਤੇ ਇਹ ਸੇਵਾ ਇਵੇਂ ਕਰਨੀ ਚਾਹੀਦੀ ਹੈ ਕਿ ਜਿਵੇਂ ਕਿ ਪ੍ਰਗਟ ਗੁਰਾਂ ਕੀ ਦੇਹ ਦੀ ਹੋਣੀ ਉਚਿਤ ਹੈ। ਸੋ ਬਾਬਾ ਜੀ ਦਾ ਉਪਦੇਸ਼ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਘਰ ਵਿੱਚ ਸਰਬੋਤਮ ਸਥਾਨ ਚੁਣਿਆ ਜਾਵੇ। ਸਥਾਨ ਨੂੰ ਸਾਫ਼ ਤੇ ਸੁਗੰਧਿਤ ਰੱਖਣ ਵਿੱਚ ਕੋਈ ਢਿੱਲ ਨਾ ਕੀਤੀ ਜਾਵੇ। ਸੁਖ ਆਸਣ ਪਲੰਘ ਤੇ ਕੀਤਾ ਜਾਵੇ।
ਇੱਕ ਸੰਗੀ ਨੇ ਜਦ ਗੁਰੂ ਗ੍ਰੰਥ ਸਾਹਿਬ ਘਰ ਰੱਖਣ ਤੇ ਪ੍ਰਕਾਸ਼ ਕਰਨ ਲਈ ਥਾਂ ਦੀ ਥੁੜ ਦਾ ਉਜਰ ਕੀਤਾ ਤਾਂ ਬਾਬਾ ਜੀ ਨੇ ਝੱਟ ਕਿਹਾ ਕਿ ਭਈ ਜੋ ਘਰ ਦਾ ਵੱਡਾ ਹੋਵੇ ਤਾਂ ਉਸ ਨੂੰ ਥਾਂ ਦੀ ਥੁੜ ਕਰਕੇ ਬਾਹਰ ਨਹੀਂ ਕੱਢ ਛੱਡੀਦਾ। ਹਾਂ, ਜੇ ਉਸ ਨੂੰ ਵਧੇਰੀ ਥਾਂ ਦੀ ਲੋੜ ਹੋਵੇਗੀ ਤਾਂ ਆਪੇ ਕੋਈ ਪ੍ਰਬੰਧ ਕਰੇਗਾ। ਸੋ ਜੋ ਸੇਵਾ ਕਰਨ ਵਾਲੇ ਸ਼ਰਧਾਵਾਨ ਹੁੰਦੇ ਹਨ ਉਹਨਾਂ ਲਈ ਕੋਈ ਪ੍ਰਬੰਧ ਗੁਰੂ ਆਪ ਹੀ ਕਰ ਦਿੰਦਾ ਹੈ। ਕਈ ਕਹਿਣਗੇ ਭਲਾ ਕੀ ਫਰਕ ਪੈਂਦਾ ਹੈ ਕਿ ਰੁਮਾਲੇ ਪਤਲੇ ਹੋਣ ਜਾਂ ਮੋਟੇ, ਥਾਂ ਖੁੱਲਾ ਹੋਵੇ ਜਾਂ ਤੰਗ, ਪਲੰਗ ਹੋਵੇ ਜਾਂ ਪੀੜਾ, ਭੋਗ ਲਾਇਆ ਜਾਵੇ ਕਿ ਨਾ। ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਛਕਣਾ ਹੈ। ਉਦਾਹਰਨ ਦੇ ਤੌਰ ਤੇ ਉੱਤਰ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੇਵਾ ਕਰਾਉਣ ਦੀ ਗੁਰੂ ਸਾਹਿਬ ਨੂੰ ਲੋੜ ਨਹੀਂ ਹੁੰਦੀ, ਲੋੜ ਹੁੰਦੀ ਹੈ ਸੇਵਾ ਕਰਨ ਦੀ ਸਾਨੂੰ। ਜਿਸ ਤਰ੍ਹਾਂ ਦੀ ਸਾਡੀ ਭਾਵਨਾ ਹੋਵੇਗੀ ਉਸ ਤਰ੍ਹਾਂ ਦਾ ਤੇ ਓਨਾ ਹੀ ਸਾਨੂੰ ਲਾਭ ਹੋਵੇਗਾ, ਕਿਉਂਕਿ ਭਾਵਨਾ ਨੂੰ ਹੀ ਭਾਗ ਲੱਗਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਕੋ ਰਾਹੀਆ ਸਮਝਿਆ, ਕਿਸੇ ਪਿਤਾ, ਕਿਸੇ ਸੰਤ, ਕਿਸੇ ਸਤਿਗੁਰ ਤੇ ਲਹਿਣਾ ਜੀ ਨੇ ਨਿਰੰਕਾਰ ਸਮਝਿਆ। ਹਰੇਕ ਨੇ ਉਤਨਾ ਹੀ ਲਾਭ ਉਠਾਇਆ। ਜੇਹਾ ਸਤਿਗੁਰ ਕਰ ਜਾਣਿਆ ਤੇਹੋ ਜੇਹਾ ਸੁਖ ਹੋਏ, ਸਤਿਗੁਰੂ ਨੋ ਜੇਹਾ ਕੋ ਇਛਦਾ ਤੇਹਾ ਫਲ ਪਾਏ ਕੋਏ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਬਾਬਾ ਜੀ ਕੁਝ ਇਉਂ ਫਰਮਾਇਆ ਕਰਦੇ ਹਨ। ਲੱਕੜੀਆਂ ਮੇਂ ਆਗ ਹੈ, ਪਰ ਜਦ ਤੱਕ ਜੁਗਤ ਨਾਲ ਟਕਰਾਈਆਂ ਨਾ ਜਾਣਗੀਆਂ ਅੱਗ ਕਿਵੇਂ ਨਿਕਲੇਗੀ, ਕਾਰਜ ਕਿਵੇਂ ਸਾਰੇਗੀ। ਗੁਰੂ ਗ੍ਰੰਥ ਸਾਹਿਬ ਮੇਂ ਸਭ ਵਸਤੂਆਂ ਮੌਜੂਦ ਹਨ, ਪਰ ਜਦੋਂ ਤੱਕ ਭਾਵਨਾ ਨਾ ਵਧੇ ਕੀ ਬਣ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਗੁਰੂਆਂ ਦਾ ਸਰੂਪ ਕਰਕੇ ਜਾਣਨ ਵਾਲੇ ਦਾ ਬੇੜਾ ਪਾਰ ਹੈ। ਕਾਰਜ ਬਿਰਤੀ ਜਾਂ ਕਿਤਾਬ ਬਿਰਤੀ ਨਾਲ ਸਾਡੀਆਂ ਪੂਰੀਆਂ ਨਹੀਂ ਪੈਣੀਆਂ। ਉਧਰੋਂ ਕੋਈ ਕਮੀ ਨਹੀਂ, ਸਾਡੇ ਅਭਿਆਸ ਦੀਆਂ ਕਮਜ਼ੋਰੀਆਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਗੁਰੂ ਜਾਣ ਕੇ ਕਰੋ, ਹਾਜ਼ਰੀ ਭਰੋ, ਪੱਖਾ ਫੇਰੋ, ਭੋਗ ਲਵਾਓ, ਪਾਣੀ ਟੁਕ ਦੀ ਸੇਵਾ ਕਰੋ, ਭਾਵਨਾ ਵਧਾਓ, ਭਾਵਨਾ को फल लगना है। गुरु ग्रंथ साहिब में गुरु दृष्टि आवे, प्रगट गुरु दिसे। सेवा करेगा गर्मी में पखा, सर्दी में अंगीठी, गर्मी में पतले रुमाले, सर्दी में गर्म रुमाला चढ़ाएगा। भोग तिने वक्त लगाएगा, पूरी सेवा करेगा। मूर्खा लई निगुनी है, ज्ञानी की दिष्ट में निरंकार की सेवा है। वो यूं समझदा है कि निरंकार दी सेवा प्रतੱਖ हो रही है। ਧੰਨੇ ਨੂੰ ਉਹ ਹੀ ਪੱਥਰ ਭਗਵਾਨ ਦਿਸਦਾ ਹੈ, ਪੰਡਤ ਨੂੰ ਪੱਥਰ ਭਾਵਨਾ ਹੈ। ਧੰਨਾ ਦਰਸ਼ਨ ਕਰਦਾ ਹੈ, ਠਾਕਰ ਤੋਂ ਕੰਮ ਕਰਾਂਦਾ ਹੈ, ਮਾਲ ਡੰਗਰ ਚਰਾਉਂਦਾ ਹੈ। ਪੰਡਤ ਨੂੰ ਦਿਸਦਾ ਹੀ ਨਹੀਂ। ਦ੍ਰਿਸ਼ਟੀ में फर्क है। ਉਸकी ਪੱਥਰ ਦ੍ਰਿਸ਼ਟੀ ਹੈ, ਭੋਗ ਦੀਆਂ ਚੀਜ਼ਾਂ ਅੱਗੇ ਰੱਖ ਕੇ ਚੁੱਕ ਲੈਂਦਾ ਹੈ। ਧੰਨੇ ਦੀ ਭਾਵਨਾ ਪੱਕੀ ਹੈ, ਉਹ ਭੁੱਖ ਹੜਤਾਲ ਕਰ ਦਿੰਦਾ ਹੈ, ਕਹਿੰਦਾ ਹੈ ਜਬ ਤੱਕ ਤੂੰ ਨਹੀਂ ਖਾਏਗਾ ਮੈਂ ਨਹੀਂ ਖਾਵਾਂਗਾ। ਇਵੇਂ ਭਾਵਨਾ ਦੁਆਰਾ ਪ੍ਰਗਟ ਕਰ ਲੈਂਦਾ ਹੈ। ਭਾਵਨਾ ਪੂਰੀ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਆਪਣਾ ਸਰੂਪ ਵਿਖਾ ਦੇਣਗੇ, ਭਾਵਨਾ ਵਧਾਣੀ लगेगी। अगले पासे कमी कोई नहीं, कमी तेरी भावना में है। गुरमुखो भावना पक्की करो, सबो कुछ कोल ही पिया है, दूर नहीं। साधारण पुरख ਲਈ ਇਸ ਉਪਦੇਸ਼ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਨਾ ਤੇ ਪੂਰੀ ਤਰ੍ਹਾਂ ਵਰਤੋਂ ਵਿੱਚ ਲਿਆਉਣਾ ਸੌਖਾ ਨਹੀਂ। ਇਸ ਤਰ੍ਹਾਂ ਦੇ ਸ਼ੰਕੇ ਫੁਰਨੇ ਉਪਜ ਪੈਂਦੇ ਹਨ। ਕਵੀ ਜੀ ਨੇ ਇੱਕ ਵਾਰੀ ਲੇਖਕ ਨੂੰ ਕਿਹਾ ਕਿ ਬਾਬਾ ਜੀ ਦੀ ਦੱਸੀ ਮਰਿਆਦਾ ਜਾਂ ਤਾਂ ਕੋਈ ਪੂਰਨ ਗਿਆਨੀ ਸਮਝ ਸਕਦਾ ਹੈ ਤੇ ਜਾਂ ਕੋਈ ਧੰਨੇ ਵਾਂਗਰ ਦੀ ਮੋਟੀ ਬੁੱਧੀ ਵਾਲਾ, ਜੋ ਗੱਲ ਇਸ ਨੂੰ ਕੁੱਟ ਕੇ ਪੱਲੇ ਬੰਨ੍ਹ ਲਵੇ। ਪੂਰਨ ਤੇ ਦ੍ਰਿੜ ਵਿਸ਼ਵਾਸ ਉਹ ਕੰਮ ਕਰਾ ਸਕਦਾ ਹੈ ਜਿੱਥੇ ਦਲੀਲ ਦੀ ਜਾਹ ਨਹੀਂ ਹੁੰਦੀ। ਫੇਥ ਮੂਵਸ ਮਾਊਂਟੇਨਸ ਅੰਗਰੇਜ਼ੀ ਦਾ ਇੱਕ ਪ੍ਰਸਿੱਧ ਅਖਾਣ ਹੈ। ਦ੍ਰਿਸ਼ਟੀ ਪੱਕੀ ਕਰਨ ਲਈ ਬਾਬਾ ਜੀ ਇਹ ਵੀ ਦ੍ਰਿਸ਼ਟਾਂਤ ਦਿੰਦੇ ਹਨ। ਜੌਹਰੀ ਹੈ ਜੀ ਜੌਹਰੀ, ਗਾਹਕ ਆਉਂਦਾ ਹੈ, ਜੌਹਰੀ ਨੌਕਰ ਨੂੰ ਕਹਿੰਦਾ ਹੈ
ਉਹ ਡੱਬਾ ਚੁੱਕ ਕੇ ਲਿਆ। ਨੌਕਰ ਡੱਬਾ ਚੁੱਕ ਲਿਆਉਂਦਾ ਹੈ ਤੇ ਜੌਹਰੀ ਗਾਹਕ ਨੂੰ ਲਾਲ ਵਿਖਾਉਂਦਾ ਹੈ, ਸੌਦਾ ਕਰਦਾ ਹੈ। ਨੌਕਰ ਡੱਬੇ ਚੁੱਕ ਚੁੱਕ ਕੇ ਲਿਆਉਂਦਾ ਹੈ ਤੇ ਰੱਖ ਆਉਂਦਾ ਹੈ। ਇੱਥੇ ਜੌਹਰੀ ਦੀ ਦ੍ਰਿਸ਼ਟੀ ਡੱਬੇ ਦੇ ਅੰਦਰ ਵਾਲੇ ਲਾਲ ਤੋਂ ਹੈ ਤੇ ਨੌਕਰ ਦੀ ਦ੍ਰਿਸ਼ਟੀ ਡੱਬੇ ਤੇ ਹੈ। ਜੌਹਰੀ ਜਦੋਂ ਡੱਬਾ ਲਿਆਉਣ ਲਈ ਕਹਿੰਦਾ ਹੈ ਤਾਂ ਉਸ ਦਾ ਮਤਲਬ ਅੰਦਰਲੇ ਲਾਲ ਤੋਂ ਹੈ ਤੇ ਉਸ ਦੇ ਨੌਕਰ ਨੂੰ ਅੰਦਰ ਲਾਲ ਦੀ ਪਛਾਣ ਨਹੀਂ, ਉਸ ਨੂੰ ਕੇਵਲ ਡੱਬੇ ਦੀ ਹੀ ਪਛਾਣ ਹੈ। ਮਹਾਂਪੁਰਖ ਜਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ, ਉਹਨਾਂ ਦਾ ਭਾਵ ਗੁਰੂ ਜੋਤ ਦਾ ਹੈ। ਉਹਨਾਂ ਦੀ ਦ੍ਰਿਸ਼ਟੀ ਮੇਂ ਗੁਰੂ ਦੀ ਜੋਤ ਹੁੰਦੀ ਹੈ। ਉਹਨਾਂ ਦੀ भावना में प्रत्यक्ष गुरु है। मूर्खा की दृष्टि में केवल कागज ਜਾਂ पीहड़े का आकार है। ਉਹ ਜੌਹਰੀ दृष्टि है, उधर नौकर दृष्टि है। गुरमुखो दृष्टि पक्की करो, गुरु ग्रंथ साहिब में सबो कुछ मौजूद है। भावना में ककजोरी है। ਮੂਲੀਆਂ ਵਾਲੀ ਨੂੰ ਲਾਲ ਦਿੱਤਾ। ਉਹ ਕਹਿੰਦੀ ਹੈ, ਮੂਲੀਆਂ ਦੀ ਮੁੱਠ ਲੈ ਲੈ। ਪੁੱਛਿਆ ਬਸ ਤਾਂ ਇੱਕ ਅੱਧ ਮੂਲੀ ਹੋਰ ਦੇ ਦਿੰਦੀ ਹੈ। ਜਾਂ ਉਹ ਹੀ ਲਾਲ ਜੌਹਰੀ ਪਾਸ ਪੁੱਜਾ। ਜੌਹਰੀ ਨੇ ਕਿਹਾ, ਮੇਰੇ ਪਾਸ ਮੁੱਲ ਨਹੀਂ ਹੈ ਜੋ ਦੇ ਸਕਾਂ। ਇਹ ਅਮੋਲਕ ਲਾਲ ਹੈ, ਸੋ 101 ਰੁਪਈਆ ਦਰਸ਼ਨ ਹਾਜ਼ਰ ਭੇਟਾ ਹੈ। ਦ੍ਰਿਸ਼ਟੀ ਪਾ ਕਿਤਨਾ ਫਰਕ ਹੈ। ਇੱਕ ਹਲ ਵਾਲਾ ਹਲ ਵਾਹੁੰਦਾ ਹੈ। ਹਲ ਦੀ ਫਲ ਨਾਲ ਇੱਕ ਮਟਕੀ ਲੱਗਦੀ ਹੈ। ਜਾਂ ਦੇਖਿਆ ਤਾਂ ਵਿੱਚ ਗੋਲੇ ਹਨ। ਸੋਚਿਆ ਚੰਗਾ ਸੋਹਣੇ ਸਖਤ ਗੋਲੇ ਹਨ, ਚਿੜੀਆਂ ਉਡਾਨ ਦੇ ਕੰਮ ਆਵਣਗੇ। ਕਬਾਨੀ ਮੇ ਪਾ ਪਾ ਕੇ ਉਡਾ ਦਿੱਤੇ। ਅਖੀਰ ਇੱਕ ਜਰਾ ਚਮਕ ਵਾਲਾ ਆਪਣੇ ਖੋਤੇ ਦੇ ਗਲੇ ਮੇ ਬੰਨ੍ਹ ਦਿੱਤਾ। ਖੋਤੇ ਕੇ ਗਲ ਮੇ ਪਿਆ ਜਾਂ ਘਿਸਿਆ ਤਾਂ ਉਸਦੀ ਚਮਕ ਵੱਧ ਗਈ। ਕਿਸੇ ਜੌਹਰੀ ਕੀ ਨਜ਼ਰ ਮੇ ਪਿਆ। ਖੋਤੇ ਵਾਲੇ ਨੂੰ ਪੁੱਛਿਆ, ਭਾਈ ਇਸ ਦਾ ਕੀ ਲੈਣਾ ਹੈ? ਤਾਂ ਉਸਨੇ ਕਿਹਾ, ਲੈਣਾ ਕੀ ਹੈ, ਇਹੋ ਜਿਹੇ ਤਾਂ ਕਈ 100 ਸਨ ਜੋ ਮੈਂ ਕਬਾਣੀ ਵਿੱਚ ਪਾ ਪਾ ਕੇ ਚਿੜੀਆਂ ਉਡਾਉਂਦਾ ਰਿਹਾ ਹਾਂ। ਤੂੰ ਇਹ ਲੈ ਲੈ। अब उसकी दृष्टि में लाल है, ओह ही मन का। खोते वाले की दृष्टि में पत्थर है, वट्टा है। दृष्टि में फर्क है। चीज़ ओह ही है। दृष्टि ना होण करके इस नूं पत्थर दिसदी है, दूजे नूं दृष्टि होण करके लाल वांगू अमोलक लगदी है। ਇਹ ਦਿੜਾਉਣ ਲਈ ਕਿ ਅਸਲ ਗੁਰੂ ਤਾਂ ਬਾਣੀ ਹੀ ਹੈ। ਬਾਬਾ ਜੀ ਫਰਮਾਉਂਦੇ ਸਨ, ਬਾਣੀ ਗੁਰੂ ਪਹਿਲਾਂ ਵੀ ਸੀ। ਗੁਰੂ ਨਾਨਕ ਜੀ ਨੇ ਉਪਦੇਸ਼ ਕੀਤਾ, ਆਪਣੀ ਬਾਣੀ ਦੁਆਰਾ ਉਹੀ ਜੋਤ ਗੁਰੂ ਅੰਗਦ ਦੇਵ ਜੀ ਵਿੱਚ ਆਈ। 5 ਭੂਤਕ ਸਰੀਰ ਬਦਲ ਗਿਆ। ਉਪਦੇਸ਼ ਬਾਣੀ ਦੁਆਰਾ ਹੁੰਦਾ ਰਿਹਾ। ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਗੱਦੀ ਤੇ ਬੈਠੇ। ਉਪਦੇਸ਼ ਬਾਣੀ ਦੁਆਰਾ ਹੁੰਦਾ ਰਿਹਾ। ਇਸੇ ਤਰ੍ਹਾਂ ਲੈ ਲਵੋ 9ਵੀਂ ਪਾਤਸ਼ਾਹੀ ਗੱਦੀ ਤੇ ਬੈਠੇ। ਉਪਦੇਸ਼ ਉਵੇਂ ਬਾਣੀ ਦੁਆਰਾ ਹੁੰਦਾ ਰਿਹਾ। 10ਵੀਂ ਪਾਤਸ਼ਾਹੀ ਗੱਦੀ ਤੇ ਬੈਠੇ। ਉਪਦੇਸ਼ ਬਾਣੀ ਦੁਆਰਾ ਹੁੰਦਾ ਰਿਹਾ। ਫਿਰ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ। ਉਪਦੇਸ਼ ਬਾਣੀ ਦੁਆਰਾ ਹੋ ਰਿਹਾ ਹੈ। ਗੁਰਮੁਖਾਂ ਵਾਸਤੇ ਉਹ ਹੀ ਗੁਰੂ ਜੀ ਬੈਠੇ ਬਾਣੀ ਦੁਆਰਾ ਉਪਦੇਸ਼ ਕਰ ਰਹੇ ਹਨ। ਮੂਰਖਾਂ ਲਈ ਫਰਕ ਹੈ, ਗਿਆਨੀਆਂ ਲਈ ਪ੍ਰਤੱਖ ਗੁਰੂ ਹੈ, ਪਰ ਗੁਰਮੁਖਾਂ ਵਿੱਚ ਕੋਈ ਫਰਕ ਨਹੀਂ ਹੈ। ਫਰਕ ਹਮਾਰੀ ਦ੍ਰਿਸ਼ਟੀ ਮੇਂ ਹੈ, ਦ੍ਰਿਸ਼ਟੀ ਪੱਕੀ ਕਰਨੀ ਹੈ। ਭੋਗ ਲਗਵਾਉਣਾ। ਆਮ ਗੁਰਦੁਆਰਿਆਂ ਵਿੱਚ ਤਾਂ ਕੜਾਹ ਪ੍ਰਸ਼ਾਦ ਦਾ ਅਰਦਾਸਾ ਕਰਨ ਵੇਲੇ ਵੀ ਕਈ ਤਾਂ ਭੋਗ ਦਾ ਲਫ਼ਜ਼ ਵਰਤਣ ਤੋਂ ਸੰਕੋਚ ਕਰਦੇ ਹਨ ਤੇ ਇਤਨਾ ਹੀ ਕਹਿ ਦਿੰਦੇ ਹਨ, ਆਪ ਨੂੰ ਪ੍ਰਵਾਨ ਹੋਵੇ ਤੇ ਸਾਧ ਸੰਗਤ ਦੀ ਰਸਨੀ ਲਾਇਕ ਹੋਵੇ। ਇਵੇਂ ਸੀਤ ਪ੍ਰਸ਼ਾਦ ਕਹਿਣੋਂ ਵੀ ਕੰਨੀ ਕਤਰਾਉਂਦੇ ਹਨ, ਕਿਉਂਕਿ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਕਿ ਸਤਿਗੁਰ ਜਾਗਦਾ ਹੈ ਦਿਓ। ਉਹ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਪੁਸਤਕ ਜਾਂ ਗ੍ਰੰਥ ਹੀ ਸਮਝਦੇ ਹਨ। ਬਾਬਾ ਜੀ ਦੀ ਇਹ ਮਰਿਆਦਾ ਸੀ ਜੋ ਮਾਲੂਮ ਹੁੰਦਾ ਹੈ ਉਹਨਾਂ ਨੇ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਹੀ ਅਪਣਾਈ ਕਿ ਨਿਰਾ ਕੜਾਹ ਪ੍ਰਸ਼ਾਦ ਹੀ ਨਹੀਂ, ਸਗੋਂ ਕੋਈ ਵਸਤੂ ਜਾਂ ਅੰਨ ਪਾਣੀ ਪ੍ਰਸ਼ਾਦਾ ਆਦਿ ਛਕਣ ਜਾਂ ਅੰਗੀਕਾਰ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੂਰਨ ਸਤਿਕਾਰ ਨਾਲ ਪੇਸ਼ ਕੀਤੀ ਜਾਵੇ ਤੇ ਅੱਗੇ ਰੱਖ ਕੇ ਅਰਦਾਸਾ ਕੀਤਾ ਜਾਵੇ।
ਫਿਰ ਬਿਰਤੀ ਇਕਾਗਰ ਕਰਕੇ ਉਹਨਾਂ ਚਿਰ ਬੈਠਿਆ ਜਾਵੇ ਜਿੰਨਾ ਚਿਰ ਘੰਟੋ ਘੱਟ ਪ੍ਰਸ਼ਾਦ ਜਾਂ ਉਹ ਵਸਤ ਛਕਣ ਵਿੱਚ ਲੱਗਦਾ ਹੋਵੇ। ਨਹੀਂ ਤਾਂ ਬੈਠੇ ਬੈਠੇ ਜਪਜੀ ਸਾਹਿਬ ਦੀਆਂ 5 ਪੌੜੀਆਂ ਜਾਂ ਪਾਠ ਕਰ ਲਿਆ ਜਾਵੇ। ਦੀਵਾਨ ਵਿੱਚ ਕੜਾਹ ਪ੍ਰਸ਼ਾਦ ਦਾ ਭੋਗ ਲਗਾਉਣ ਸਮੇਂ ਸ਼ੁਰੂ ਵਿੱਚ ਬਾਬਾ ਜੀ ਪਰਦਾ ਨਹੀਂ ਸਨ ਸੁੱਟਿਆ ਕਰਦੇ। ਜਿਵੇਂ ਕਿ ਕਪਤਾਨ ਮਹਿਤਾਬ ਸਿੰਘ ਨੇ ਦੱਸਿਆ, ਕੜਾਹ ਪ੍ਰਸ਼ਾਦ ਖੌਲ ਵਿੱਚ ਪਾ ਕੇ ਅਰਦਾਸਾਂ ਕਰਨ ਤੋਂ ਪਹਿਲਾਂ ਮੰਜੀ ਸਾਹਿਬ ਹੇਠਾਂ ਰੱਖ ਦਿੱਤਾ ਜਾਂਦਾ ਸੀ ਤੇ ਇੱਕ ਅਵਸਰ ਤੇ ਇਹ ਵੀ ਦੇਖਿਆ ਗਿਆ ਕਿ ਕੌਲੀ ਖਾਲੀ ਸੀ। ਬਾਅਦ ਵਿੱਚ ਆਪਣੇ ਪਿੱਛੇ ਪਰਦਾ ਸੁੱਟ ਲਿਆ ਕਰਦੇ ਸਨ ਤੇ ਉਸ ਵੇਲੇ ਬਾਹਰ ਬੈਠੇ ਰਾਗੀ ਸਿੰਘ ਇਹਨਾਂ ਸ਼ਬਦਾਂ ਨੂੰ ਗਾਇਨ ਕਰਦੇ ਸਨ। ਕਿਆ ਤੂੰ ਸੋਚੇ, ਕਿਆ ਤੂੰ ਚਿਤਵਹਿ, ਕਿਆ ਤੂੰ ਕਰੇ ਉਪਾਏ, ਤਾਕੋ ਕਹੇ ਪਰਵਾਹ ਕਾਹੂ ਕੀ, ਜਹ ਗੋਪਾਲ ਸਹਾਏ। ਬਰਸੇ ਮੇਘ ਸਖੀ ਗਰ ਪਾਹਨ ਆਏ, ਮੋਹਿ ਦੀਨ ਕਿਰਪਾ ਨਿਧ ਠਾਕਰ, ਨਵ ਨਿਧ ਨਾਮ ਸਮਾਏ। ਰਹਾਓ। ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿਜਨ ਮਿਸ਼ਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਦੁਸ਼ਟ ਬਿਦਾਰੇ ਸਾਜਨ ਰਹਿਸੇ, ਇਹ ਮੰਦਰ ਘਰ ਅਪਨਾਏ, ਜੋ ਗ੍ਰਹਿ ਲਾਲ ਰੰਗਿਓ ਪਾਇਆ, ਤੋ ਮੈਂ ਸਭ ਸੁਖ ਪਾਏ। ਸੰਤ ਸਭਾ ਓਟ ਗੁਰ ਪੂਰੇ, ਤੁਰ ਮਸਤਕ ਲੇਖ ਲਿਖਾਏ, ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁਖ ਨ ਲਾਗੇ ਆਏ। दूध कटोरे गड़वे पानी, कपल गायन नामे दुहियानी। दूध पियो गोबिंदे राय, दूध पियो मेरे मन पतियाए, नहीं ता घर को बाप रिसाए। रहाओ। सोइन कटोरी अमृत परी, लै नामे हर आगे तरी। एक भगत मेरे हृदय बसे, नामे देख नारायण हसे। दूध पियाए भगत घर गया, नामे हर का दर्शन पिया। ਪਰਦਾ ਕਰਨ ਸੰਬੰਧੀ ਕਈਆਂ ਦੇ ਦਿਲਾਂ ਵਿੱਚ ਸ਼ੰਕੇ ਉਤਪੰਨ ਹੁੰਦੇ ਸਨ। ਉਹਨਾਂ ਨੂੰ ਦੂਰ ਕਰਨ ਲਈ ਇਹੋ ਬਚਨ ਕਰਦੇ ਹੁੰਦੇ ਸਨ। ਰਾਮਾਨੰਦ ਕ੍ਰਿਸ਼ਨ ਜੀ ਦੀ ਮੂਰਤੀ ਮਾਨਸਿਕ ਸੇਵਾ ਕਰਦੇ ਰਹੇ ਹੈ, ਇਸ਼ਨਾਨ ਕਰਾਇਆ ਹੈ, ਕੱਪੜੇ ਪਹਿਨਾਏ ਹਨ, ਦਰਵਾਜ਼ੇ ਕੇ ਮੂਹਰੇ ਪਰਦਾ ਲੱਗਿਆ ਹੋਇਆ ਹੈ, ਅੰਦਰ ਬੈਠੇ ਸੇਵਾ ਕਰ ਰਹੇ ਹਨ ਜਾਂ ਮੁਕਟ ਸਿਰ ਤੇ ਰੱਖ ਚੁੱਕੇ ਤਾਂ ਯਾਦ ਆਇਆ ਕਿ ਹਾਰ ਨਹੀਂ ਪਵਾਇਆ। ਹੁਣ ਸੋਚਦੇ ਐ ਕਿ ਜੇ ਮੁਕਟ ਲਾਹ ਕੇ ਹਾਰ ਪਾਉਂਦੇ ਆ ਤਾਂ ਹੱਤਕ ਹੁੰਦੀ ਹੈ, ਸੁਭਾਏਮਾਨ ਨਹੀਂ ਲੱਗਦਾ। ਹਾਰ ਛੋਟਾ ਹੈ ਤੇ ਮੁਕਟ ਦੇ ਉਦੋਂ ਵੀ ਦੀ ਪੈਂਦਾ ਹੀ ਨਹੀਂ। ਵਿਚਾਰ ਕਰਦੇ ਹਾਂ। ਪਰਦੇ ਤੋਂ ਬਾਹਰੋਂ ਕਬੀਰ ਜੀ ਅਰਜ਼ ਕਰਦੇ ਐ, ਗਰੀਬ ਨਿਵਾਜ ਹਾਰ ਕੀ ਖੁੱਟੀ ਖੋਲ ਕੇ ਪਵਾ ਦਿਓ। ਬਸ ਰਾਮਾਨੰਦ ਜੀ ਨੇ ਪੁੱਛਿਆ, ਕਬੀਰ ਇਹ ਕਿੱਥੋਂ ਪਾਈ ਹੈ? ਤਾਂ ਉਹਨਾਂ ਦੱਸਿਆ ਕਿ ਆਪ ਹੀ ਮੇਰੇ ਗੁਰੂ ਹੋ ਜੀ, ਇਉਂ ਕਰਕੇ ਆਪ ਤੋਂ ਹੀ ਮੰਤਰ ਲਿਆ ਹੈ। ਰਾਮਾਨੰਦ ਜੀ ਬਹੁਤ ਪ੍ਰਸੰਨ ਹੋਏ ਤੇ ਸ਼ਾਬਾਸ਼ ਦਿੱਤੀ ਤੇ ਕਿਹਾ, ਕਬੀਰ ਜੀ ਤੁਹਾਡੀ ਭਗਤੀ ਪ੍ਰਵਾਨ ਹੈ, ਤੁਹਾਡੇ ਤੋਂ ਪਰਦਾ ਕੋਈ ਨਹੀਂ ਹੈ। ਗੁਰਮੁਖੋ ਪਰਦਾ ਮੂਰਖਾਂ ਤੋਂ ਹੈ, ਗੁਰਮੁਖਾਂ ਤੋਂ ਪਰਦਾ ਕਾਹਦਾ? ਵੱਡੇ ਆਦਮੀ ਨੂੰ ਪ੍ਰਾਹੁਣੇ ਨੂੰ ਰੋਟੀ ਖਵਾਉਂਦੇ ਹੋ ਤਾਂ ਪਰਦੇ ਵਿੱਚ ਇੱਕ ਪਾਸੇ ਖਿਲਾਉਂਦੇ ਹੋ ਕਿ ਨਹੀਂ? ਇਉਂ ਇਸ ਵਿੱਚ ਇੱਜ਼ਤ ਹੈ। ਇਸ ਨੂੰ ਭੋਗ ਲਵਾਉਣ ਵੇਲੇ ਜਰਾ ਚਾਦਰ ਤਾਣ ਲਈਦੀ ਹੈ। ਪਰਦੇ ਪਿੱਛੇ ਭੋਗ ਲੱਗਣ ਸੰਬੰਧੀ ਜੋ ਘਟਨਾਵਾਂ ਪ੍ਰਤਿਸ਼ਠ ਦਰਸ਼ਕਾਂ ਨੇ ਅੱਖੀਂ ਵੇਖੀਆਂ ਦੱਸੀਆਂ, ਉਹ ਇਉਂ ਸਰਦਾਰ ਰਾਮ ਸਿੰਘ ਜੀ ਰਿਟਾਇਰਡ ਐਗਜ਼ੀਕਿਊਟਿਵ ਇੰਜੀਨੀਅਰ ਨਹਿਰ ਨੇ ਦੱਸਿਆ ਕਿ ਸੰਨ 1929 ਦੇ ਲਗਭਗ ਸ਼ਹਿਰ ਮਿੰਟ ਗੁਮਰੀ ਤੋਂ ਦੂਰ ਜਿਸ ਸਲੀਪਰਾਂ ਦੇ ਕੋਠੇ ਵਿੱਚ ਬਾਬਾ ਜੀ ਰਹਿੰਦੇ ਸਨ, ਵੈਸੇ ਉਸ ਅੰਦਰ ਇੱਕ ਮਾਮੂਲੀ ਦੀਵਾ ਬਲਿਆ ਹੁੰਦਾ ਸੀ। ਪਰ ਇੱਕ ਦਿਨ ਜਦ ਰਾਤ ਦੇ ਕੜਾਹ ਪ੍ਰਸ਼ਾਦ ਦਾ ਭੋਗ ਲਵਾਉਣ ਲਈ ਬਾਬਾ ਜੀ ਥਾਲ ਅੰਦਰ ਲੈ ਕੇ ਗਏ ਤਾਂ ਸਲੀਪਰਾਂ ਦੀਆਂ ਚੀਥਾਂ ਤੋਂ ਕਈ ਵੇਰੀ ਵੇਖਿਆ ਕਿ ਅੰਦਰ ਇੱਕ ਖਾਸ ਤਰ੍ਹਾਂ ਦਾ ਚਾਨਣਾ ਹੋ ਜਾਂਦਾ ਸੀ।
ਉਸੇ ਸਥਾਨ 'ਤੇ ਰਹਿੰਦਿਆਂ ਹੋਇਆਂ ਦੇਵਨੇਤ ਨਾਲ ਇੱਕ ਦਿਨ ਬਾਬਾ ਜੀ ਬਿਮਾਰ ਹੋ ਗਏ। ਗੁਰੂ ਸਾਹਿਬ ਨੂੰ ਭੋਗ ਲਵਾਉਣਾ ਮਰਿਆਦਾ ਦਾ ਜ਼ਰੂਰੀ ਅੰਗ ਸੀ, ਸੋ ਸੇਵਕਾਂ ਨੂੰ ਪੁੱਛਿਆ ਕਿ ਅੱਜ ਭੋਗ ਕਿਸ ਨੇ ਲਵਾਉਣਾ ਹੈ। ਇਸ ਪਰ ਬਾਬਾ ਜੀ ਨੇ ਬਿਰਤੀ ਦੁਆਰ ਵਿਚਾਰ ਕੇ ਬਚਨ ਕੀਤਾ ਕਿ ਲਾਲਪੁਰ ਜ਼ਿਲ੍ਹੇ ਦੇ ਨਾਮ ਦੇ ਭੁਜੰਗੀ ਦੇ ਕਈ ਪਿਛਲੇ ਜਨਮ ਚੰਗੇ ਹਨ, ਉਹ ਹੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਤੇ ਭੋਗ ਲਗਵਾਉਣ ਦੇ ਯੋਗ ਹੈ। ਸੰਗਤ ਵਿੱਚੋਂ ਉਸ ਨਾਮ ਦੇ ਭੁਜੰਗੀ ਨੂੰ ਲੱਭਿਆ। ਉਹ 10-12 ਵਰ੍ਹਿਆਂ ਦਾ ਮੁੰਡਾ ਨਿਕਲਿਆ। ਉਸ ਨੂੰ ਅੰਦਰ ਲੈ ਜਾਣ ਪਰ ਬਾਬਾ ਜੀ ਨੇ ਹਦਾਇਤ ਕੀਤੀ ਕਿ ਜਦ ਅਰਦਾਸ ਹੋਣ ਲੱਗੇ ਤਾਂ ਪ੍ਰਸ਼ਾਦ ਦਾ ਥਾਲ ਅੰਦਰ ਲੈ ਜਾਣਾ, ਤੇ ਜਦ ਭੋਗ ਲੱਗਣ ਦਾ ਅਰਦਾਸਾ ਹੋਵੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਉਸ ਵੇਲੇ ਤੂੰ ਮੱਥਾ ਟੇਕੀ ਤੇ ਫੇਰ ਥਾਲ ਮੂਹਰੇ ਕਰਕੇ ਭੋਗ ਲਗਵਾਈ। ਫਿਰ ਮੱਥਾ ਟੇਕ ਕੇ ਥਾਲ ਬਾਹਰ ਲੈ ਆਵੀਂ। ਇਸੇ ਤਰ੍ਹਾਂ ਥਾਲ ਪਰੋਸ ਕੇ ਪਰਦਾ ਸੁੱਟ ਕੇ ਉਹ ਥਾਲ ਲੈ ਗਿਆ, ਪਰ ਅੰਦਰ ਜਾ ਕੇ ਉਸ ਕੋਲੋਂ ਦਰਸ਼ਨਾਂ ਦਾ ਨੂਰ ਝੱਲਿਆ ਨਾ ਗਿਆ ਤੇ ਥਾਲ ਉਸ ਦੇ ਹੱਥਾਂ ਵਿੱਚੋਂ ਡਿੱਗ ਪਿਆ। ਪਰ ਡਿੱਗਾ ਤ੍ਰਿਪਤਾਈ ਤੇ ਜਿਹੜੀ ਜਰਾ ਹੇਠਾਂ ਪਈ ਹੋਈ ਸੀ, ਉਸਨੇ ਹੋਸ਼ ਸੰਭਾਲੀ, ਮੱਥਾ ਟੇਕਿਆ, ਭੋਗ ਲਵਾਇਆ ਤੇ ਫੇਰ ਮੱਥਾ ਟੇਕਿਆ। ਹੁਣ ਉੱਥੇ ਕੁਝ ਵੀ ਨਹੀਂ ਸੀ। ਬਾਹਰ ਲਿਆ ਕੇ ਥਾਲ ਦਾ ਪ੍ਰਸ਼ਾਦ ਦੂਜੇ ਪ੍ਰਸ਼ਾਦ ਵਿੱਚ ਰਲਾ ਕੇ ਸੰਗਤ ਨੂੰ ਵੰਡਿਆ ਗਿਆ। ਇਸ ਤਰ੍ਹਾਂ ਦਿੱਲੀ ਦੀ ਇੱਕ ਘਟਨਾ ਇਸ ਪ੍ਰਕਾਰ ਦੱਸੀ ਜਾਂਦੀ ਹੈ। ਸੰਨ 1935 ਵਿੱਚ ਜਦ ਦਿੱਲੀ ਦੇ ਖੂਨੀ ਨਾਲੇ 'ਤੇ ਪੂਰਨਮਾਸ਼ੀ ਹੋਈ, ਅਰਦਾਸ ਪਿੱਛੋਂ ਭੋਗ ਲਗਵਾਉਣ ਦੇ ਸ਼ਬਦ ਪੜ੍ਹੇ ਜਾ ਰਹੇ ਸਨ ਤਾਂ ਬਾਬਾ ਈਸ਼ਰ ਸਿੰਘ ਜੀ ਨੇ, ਜੋ ਉਸ ਵੇਲੇ ਹਜ਼ੂਰੀ ਸੇਵਕ ਸਨ, ਦਰਵਾਜ਼ੇ ਤੋਂ ਗੈਸ ਲਾਹ ਕੇ ਪਰਦੇ ਅੰਦਰ ਕਰ ਦਿੱਤਾ ਤਾਂ ਜੋ ਕੱਪੜੇ ਦੇ ਅੰਦਰ ਨੂੰ ਅੱਗ ਲੱਗਣ ਦਾ ਡਰ ਨਾ ਰਹੇ। ਇਸ ਗੱਲ ਦਾ ਧਿਆਨ ਨਾ ਕਰਦੇ ਹੋਏ ਬਾਬਾ ਜੀ ਜਦ ਦੀਵਾਨ ਵਿੱਚੋਂ ਉੱਠ ਕੇ ਅੰਦਰ ਭੋਗ ਲਗਵਾਉਣ ਗਏ ਤਾਂ ਸਾਨੂੰ ਗੰਗਾ ਸਾਗਰ ਨਾਲ ਪਰਦੇ ਪਿੱਛੋਂ ਕਿਸੇ ਦੇ ਹੱਥ ਧਵਾਉਂਦੇ ਦਿਸਦੇ। ਪਾਣੀ ਦੀ ਧਾਰ ਪੈਂਦੀ ਤੇ ਪਾਣੀ ਖਿੱਲਰਦਾ ਵੀ ਦਿਸਦਾ ਸੀ, ਪਰ ਹੱਥ ਧੁਲਦੇ ਨਹੀਂ ਦਿਸਦੇ ਸਨ। ਆਪਣੇ ਦਸਤੂਰ ਅਨੁਸਾਰ ਫਿਰ ਬਾਬਾ ਜੀ ਨੇ ਮੋਢੇ ਤੋਂ ਤੌਲੀਆ ਲਾਹ ਕੇ ਹੱਥ ਭੁਜਵਾਏ। ਸਾਨੂੰ ਤੌਲੀਆ ਹਿਲਦਾ ਦਿਸਦਾ ਸੀ। ਫਿਰ ਧਾਤ ਦੀ ਪਲੇਟ ਵਿੱਚ ਕੜਾਹ ਪ੍ਰਸ਼ਾਦ ਰੱਖ ਕੇ ਪੇਸ਼ ਕੀਤਾ, ਪਰ ਛਕਣ ਵਾਲਾ ਸਾਨੂੰ ਕੋਈ ਨਹੀਂ ਸੀ ਦਿਸਦਾ। ਇਹ ਕ੍ਰਿਸ਼ਮਾ ਵੇਖ ਕੇ ਸਾਰੇ ਬਹੁਤ ਅਨੰਦਿਤ ਤੇ ਹੈਰਾਨ ਹੋਏ। ਸਤਿਗੁਰੂ ਭਾਵਨਾ ਦੇ ਭੁੱਖੇ ਹੁੰਦੇ ਹਨ ਤੇ ਭਾਵਨਾ ਦਾ ਹੀ ਉਹਨਾਂ ਨੂੰ ਆਧਾਰ ਹੁੰਦਾ ਹੈ। ਇਸ ਪਰਥਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਵੀ ਸੁਣਾਉਂਦੇ ਸਨ। ਇੱਕ ਵਾਰੀ ਜਦ ਭਾਈ ਮਰਦਾਨਾ ਭੁੱਖ ਨਾਲ ਬੜਾ ਵਿਆਕੁਲ ਹੋਇਆ ਤਾਂ ਉਸਨੇ ਆਪਣੇ ਚੋਜੀ ਮਾਲਕ ਕੋਲੋਂ ਪੁੱਛਿਆ ਕਿ ਤੁਹਾਨੂੰ ਭੁੱਖ ਤਰੈ ਕਦੇ ਨਹੀਂ ਲੱਗਦੀ? ਤੇ ਮੈਨੂੰ ਭੁੱਖ ਹੀ ਹਰ ਵੇਲੇ ਸਤਾਉਂਦੀ ਰਹਿੰਦੀ ਹੈ। ਤਾਂ ਗੁਰੂ ਜੀ ਨੇ ਫਰਮਾਇਆ, ਮੈਂ ਤਾਂ ਬੜੇ ਪਦਾਰਥ ਛਕਦਾ ਹਾਂ। ਜਿਸ ਵੇਲੇ ਕੋਈ ਨਾਮ ਜਪਣ ਵਾਲਾ ਸਿੱਖ ਮੇਰੇ ਵੱਲ ਧਿਆਨ ਕਰਕੇ ਆਪਣੇ ਮੂੰਹ ਵਿੱਚ ਗਰਾਹੀ ਪਾਉਂਦਾ ਹੈ ਤਾਂ ਮੈਨੂੰ ਵੀ ਉਸ ਦਾ ਆਧਾਰ ਹੁੰਦਾ ਹੈ। ਇਸ ਸਾਖੀ ਨੂੰ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਅੰਕਿਤ ਕੀਤਾ ਹੈ ਤੇ ਗੁਰੂ ਨਾਨਕ ਚਮਤਕਾਰ ਵਿੱਚ ਦਿੱਤੀ ਹੋਈ ਸੱਜਣ ਠੱਗ ਦੀ ਸਾਖੀ ਦਾ ਵਰਣਨ ਕਰਦੇ ਹੋਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਤਿਗੁਰਾਂ ਦੀ ਜ਼ੁਬਾਨੀ ਇਸ ਪ੍ਰਕਾਰ ਲਿਖਿਆ ਹੈ। ਪਰ ਮਰਦਾਨਿਆ, ਮਨੁੱਖ ਨਿਰਾ ਉਸ ਅੰਨ ਨਾਲ ਨਹੀਂ ਜਿਉਂਦਾ ਜੋ ਉਹ ਆਪ ਖਾਵੇ, ਪਰ ਪਿਆਰਿਆਂ ਵੱਲੋਂ ਪਿਆਰ ਦੇ ਖੁਲਾਣ ਦਾ ਵੀ ਆਧਾਰ ਹੁੰਦਾ ਹੈ। ਜੇ ਕੋਈ ਪਿਆਰ ਕਰਨ ਵਾਲਾ ਆਪਣੇ ਮਨ ਦੇ ਪਿਆਰ ਵਿੱਚ ਦੂਰਾਂ ਤੋਂ ਭੋਜਨ ਛਕਾਉਂਦਾ ਹੈ, ਉਸ ਦਾ ਵੀ ਆਧਾਰ ਰਹਿੰਦਾ ਹੈ। ਭੋਗ ਲਾਉਣ ਸੰਬੰਧੀ ਬਾਬਾ ਜੀ ਇਹ ਸਾਖੀ ਵੀ ਸੁਣਾਇਆ ਕਰਦੇ ਸੀ। ਗਣੇਸ਼ ਕਾ ਉਪਾਸਕ ਸੀ ਮੂਰਤੀ ਤੇ। ਉਸ ਕੇ ਇੱਕ ਪਾਸੇ ਗਣੇਸ਼ ਜੀ ਸਨ ਤੇ ਇੱਕ ਪਾਸੇ ਕ੍ਰਿਸ਼ਨ ਜੀ। ਗਣੇਸ਼ ਜੀ ਕੋ ਧੂਪ ਦਿੰਦਾ ਹੈ, ਹਵਾ ਮੇਂ ਧੂਪ ਕ੍ਰਿਸ਼ਨ ਜੀ ਵੱਲ ਚਲੀ ਜਾਂਦੀ ਹੈ। ਕਹਿੰਦਾ ਹੈ, ਮੈਂ ਤਾਂ ਧੂਪ ਗਣੇਸ਼ ਜੀ ਨੂੰ ਦਿੰਦਾ ਹਾਂ, ਇਹ ਕ੍ਰਿਸ਼ਨ ਜੀ ਵੱਲ ਜਾਂਦੀ ਹੈ। ਰੂਹ ਲੈ ਕੇ ਕ੍ਰਿਸ਼ਨ ਜੀ ਦੀਆਂ ਮੂਰਤੀਆਂ ਦੀਆਂ ਨਾਸਾਂ ਮੇਂ ਦਿੰਦਾ ਹੈ। ਭਾਈ ਇਹ ਨਾ ਸੁੰਘੇ। ਉਸ ਵੇਲੇ ਕ੍ਰਿਸ਼ਨ ਜੀ ਪ੍ਰਗਟ ਹੋ ਗਏ ਤੇ ਕਿਹਾ, ਮੰਗ ਕੀ ਮੰਗਦਾ ਹੈ? ਅਸੀਂ ਬੜੇ ਪ੍ਰਸੰਨ ਹੋਏ ਹਾਂ।
ਭਗਤ ਕਹਿੰਦਾ ਹੈ, ਮਹਾਰਾਜ ਮੈਂ ਤਾਂ ਵਿਤਕਰਾ ਕੀਤਾ ਹੈ, ਸਗੋਂ ਤੁਹਾਡੇ ਨੱਕ ਮੇ ਰੂੰ ਦਿੱਤੀ ਸੀ ਕਿ ਧੂਪ ਦੀ ਖੁਸ਼ਬੂ ਨਾ ਲੈ ਸਕੋ। ਤੁਸੀਂ ਖੁਸ਼ ਹੋਏ ਹੋ, ਇਹ ਕਿਵੇਂ? ਕ੍ਰਿਸ਼ਨ ਜੀ ਕਹਿਣ ਲੱਗੇ, ਅਸੀਂ ਇਉਂ ਖੁਸ਼ ਹੋਏ ਹਾਂ ਕਿ ਤੇਰੇ ਮਨ ਮੇ ਇਤਨੀ ਭਾਵਨਾ ਹੈ ਨਾ ਕਿ ਅਸੀਂ ਸੁੰਘਦੇ ਹਾਂ ਤਾਂ ਹੀ ਤੂੰ ਸਾਡੀ ਨੱਕ ਮੇ ਰੂੰ ਦਿੱਤੀ ਹੈ। ਇਹੀ ਆਸਤਕ ਭਾਵਨਾ ਹੈ ਤੇ ਜਿਸ ਤੇ ਅਸੀਂ ਖੁਸ਼ ਹੋਏ ਹਾਂ ਤਾਂ ਪ੍ਰਗਟ ਹੋਏ ਹਾਂ। ਇਉਂ ਗੁਰਮੁਖੋ ਸਾਡੀਆਂ ਭਾਵਨਾਵਾਂ में कमजोरियां है। गुरु ग्रंथ साहिब को भोग लगाने में शक नहीं है। भावना ਦੀ ਸ਼ਕਤੀ ਸੰਬੰਧੀ ਇੱਕ ਸਾਖੀ ਵੀ ਸੁਣਾਇਆ ਕਰਦੇ ਸਨ। ਜੇਠਾ ਜੀ ਗੁਰੂ ਰਾਮਦਾਸ ਜੀ ਅੰਬ ਖਰੀਦਦੇ ਹੈ। ਅੰਬ ਬਹੁਤ ਸੋਹਣਾ ਹੈ। ਸੋਚਦੇ ਹੈ ਅੰਬ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਲਾਇਕ ਹੈ। ਕੱਪੜੇ ਵਿੱਚ ਬੰਨ ਲੈਂਦੇ ਹੈ, ਤੁਰੇ ਜਾਂਦੇ ਹੈ। ਦੇਖਿਆ ਅੰਬ ਨੂੰ ਠੇਸ ਆਈ ਹੈ ਤੇ ਰਸਾ ਚੋਂਦਾ ਹੈ। ਸੋਚਿਆ ਹੁਣ ਕੀ ਬਣੇ। ਅੰਬ ਖੋਲਿਆ। ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਹਿਰਦੇ ਮੇ ਰੱਖ ਕੇ ਅੰਬ ਛਕਦੇ ਹੈ ਤੇ ਗੁਠਲੀ ਸੁੱਟ ਦਿੰਦੇ ਹੈ। ਜਾਂ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ ਫੁਰਨਾ ਹੋਇਆ ਕਿ ਕਿਹਾ ਚੰਗਾ ਹੁੰਦਾ ਜੇ ਅੰਬ ਇਸ ਵਕਤ ਹੁੰਦਾ ਤਾਂ ਮਹਾਰਾਜ ਨੂੰ ਭੋਗ ਲਵਾਈਦਾ। ਗੁਰੂ ਸਾਹਿਬ ਕਹਿੰਦੇ ਹੈ, ਹੁਣ ਸ਼ੰਕਾ ਕਿਉਂ ਕਰਦੇ ਹੋ? ਅੰਬ ਤੁਸਾਂ ਸਾਨੂੰ ਛਕਾਇਆ ਹੈ। ਬਲੂ ਸੇਵਾਦਾਰ ਨੂੰ ਇਸ਼ਾਰਾ ਕੀਤਾ, ਉਹ ਗੁਠਲੀ ਚੁੱਕ ਕੇ ਲਿਆਇਆ। ਜੇਠਾ ਜੀ ਨੂੰ ਦਿਖਾਈ ਤੇ ਪੁੱਛਿਆ ਕਿ ਇਹ ਇਹੋ ਗੁਠਲੀ ਹੈ ਨਾ? ਭਾਵਨਾ ਦਾ ਦੂਜਾ ਅੰਬ ਬਣ ਗਿਆ। ਭਾਵਨਾ ਬੜੀ ਸ਼ੈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਥਾਲ ਰੱਖ ਕੇ ਪ੍ਰਸ਼ਾਦ ਦਾ ਭੋਗ ਲਵਾਉਂਦਾ ਹੈ। ਫਿਰ ਉਹ ਹੀ ਪ੍ਰਸ਼ਾਦ ਆਪ ਛਕਦਾ ਹੈ। ਉਧਰ ਭਾਵਨਾ ਦਾ ਦੂਜਾ ਥਾਲ ਬਣ ਕੇ ਭੋਗ ਲੱਗਦਾ ਹੈ। ਜੇ ਤਾਂ ਮੰਨਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਰੰਕਾਰ ਦੀ ਹੀ ਭਗਤੀ ਹੈ, ਅਗਲੇ ਪਾਸੇ ਪਹੁੰਚਦੀ ਹੈ ਤਾਂ ਠੀਕ ਹੈ। ਜੇ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਨਾਨਕ ਰੂਪ ਵਿੱਚ ਪ੍ਰਤੱਖ ਵੇਖਣਾ ਚਾਹੁੰਦਾ ਹੈ ਤਾਂ ਅਭਿਆਸ ਦੀ ਜ਼ਰੂਰਤ ਹੈ। ਮਿਹਨਤ ਕਰਨੀ ਲੱਗੇਗੀ, ਉਹ ਇਲਮ ਪੜ੍ਹਨਾ ਲੱਗੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਸੰਬੰਧੀ ਇਸ ਤਰ੍ਹਾਂ ਬਚਨ ਕਰਦੇ ਹੁੰਦੇ ਸਨ। ਅਮੀਰ ਆਦਮੀ ਹੈ, ਬਹੁਮੁੱਲੇ ਬਸਤਰ ਪਹਿਨਦਾ ਹੈ, ਵੱਡਾ ਠਾਠ ਹੈ। ਗੁਰੂ ਗ੍ਰੰਥ ਸਾਹਿਬ घर में है, उधर मोटे रुमाले खद्दर के चढ़ाता है। घर में रेशम पहनता है। क्यों जो पिछलियां साखियां में पढ़िया सुनिया है कि खद्दर के चौले ते बस्तर फलाने सिख दे परवान हुए, पर यूं नहीं सोचदा उन्हां वक्तां में जो सिखां ने खद्दर के चोले हजार कीते, शरदा नाल ਉਹ ਗਰੀਬ ਸਨ, ਧਨਵਾਨ ਨਹੀਂ ਸਨ। ਉਹਨਾਂ ਦਾ ਖੱਦਰ ਦਾ ਰੁਮਾਲਾ, ਖੱਦਰ ਦਾ ਚੋਲਾ ਉਤਨਾ ਹੀ ਮੁੱਲ ਰੱਖਦਾ ਹੈ ਜਿਤਨਾ ਧਨਾੜ ਦਾ ਸੋਨੇ ਜੜਿਆ ਰੇਸ਼ਮੀ ਰੁਮਾਲਾ। ਉਹ ਭੋਲਿਓ ਭਾਵਨਾ ਕੀ ਖੇਡ ਹੈ, ਨਾ ਖੱਦਰ ਕਾ ਚੋਲਾ ਤੇ ਨਾ ਰੇਸ਼ਮ ਦਾ ਚੋਲਾ। ਗਰੀਬ ਹੈ, सेवा भावना है, उसकी कौडी भी परवान है। अमीर की उच्च भावना का सबूत ता ही है कि अपने नालों सोने ते बहुमूल्य बस्तर हाजिर करे, प्रेम सहित सेवा करे ता परवानगी है। वाहिगुरु जी का खालसा, वाहिगुरु जी की फतेह।